ਹੁਣ ਅੱਗੇ ਵਧਦੇ ਤੇ ਗੱਲ ਚੰਡੀਗੜ੍ਹ ਦੀ ਕਰਾਂਗੇ। ਚੰਡੀਗੜ੍ਹ ਦੇ ਵਿੱਚ ਵੀ ਸਖਤੀ ਵਧਾ ਦਿੱਤੀ ਗਈ ਹੈ। ਪੰਜਾਬ ਦੀ ਤਰਜ਼ ਦੇ ਉੱਤੇ ਕੁਝ ਜਿਸ ਤਰੀਕੇ ਨਾਲ ਪੰਜਾਬ 'ਚ ਸਖਤੀਆਂ ਵਧਾਈਆਂ ਗਈਆਂ ਨੇ, ਉਸ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਵੀ ਅਸਰ ਨਜ਼ਰ ਆਇਆ। ਤੇ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਸ਼ਾਮ 5 ਵਜੇ ਤੋਂ ਬਾਅਦ ਅੱਜ ਸ਼ਾਮ 5 ਵਜੇ ਤੋਂ ਬਾਅਦ ਪੰਜਾਬ ਦੀ ਤਰਜ਼ ਦੇ ਉੱਤੇ ਜਿਹੜੀ ਸਖਤੀ ਕੀਤੀ ਗਈ ਹੈ, ਯਾਨੀ ਕਿ ਅੱਜ 5 ਵਜੇ ਤੋਂ ਬਾਅਦ ਹੁਣ ਜਦੋਂ ਵੀ ਦੁਕਾਨਾਂ ਖੋਲਣਗੀਆਂ ਤਾਂ ਉਹ ਸਿਰਫ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਹੀ ਖੋਲਣਗੀਆਂ, ਗੈਰ ਜ਼ਰੂਰੀ ਦੁਕਾਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਚੰਡੀਗੜ੍ਹ ਦੇ ਵਿੱਚ ਸਖਤੀ ਵਧਾਈ ਗਈ ਹੈ। ਅੱਜ ਸ਼ਾਮ 5 ਵਜੇ ਤੋਂ ਲਾਗੂ ਹੋਣਗੇ ਨਵੇਂ ਨਿਯਮ। ਸਾਰੇ ਸਰਕਾਰੀ ਦਫ਼ਤਰਾਂ ਤੇ ਬੈਂਕਾਂ ਦੇ ਵਿੱਚ 50% ਸਟਾਫ ਕਰ ਦਿੱਤਾ ਗਿਆ ਹੈ। ਨਿੱਜੀ ਦਫ਼ਤਰਾਂ ਦੇ ਵਿੱਚ ਵਰਕ ਫਰਮ ਹੋਮ ਹੋਵੇਗਾ। 50% ਸਵਾਰੀਆਂ ਦੇ ਨਾਲ ਪਬਲਿਕ ਟਰਾਂਸਪੋਰਟ ਚੱਲੇਗਾ। ਸੀਟੀਯੂ ਦੀਆਂ ਬੱਸਾਂ ਹੋਣ ਜਾਂ ਦੂਜੀਆਂ ਬੱਸਾਂ ਹੋਣ ਜਾਂ ਆਟੋ ਹੋਵੇ, ਟੈਕਸੀ ਹੋਵੇ। 50% ਸਟਾਫ ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਤੇ ਪਾਬੰਦੀ ਜਾਰੀ ਰਹੇਗੀ। ਇਸੇ ਤਰੀਕੇ ਨਾਲ ਜਿਹੜੀਆਂ ਹੋਰ ਪਾਬੰਦੀਆਂ ਨੇ ਕਾਫੀ ਹੱਦ ਤੱਕ ਪੰਜਾਬ ਵਰਗੀਆਂ ਜੋ ਪੰਜਾਬ ਦੇ ਵਿੱਚ ਪਾਬੰਦੀਆਂ ਲਗਾਈਆਂ ਗਈਆਂ ਨੇ, ਉਸ ਤਰੀਕੇ ਦੀਆਂ ਪਾਬੰਦੀਆਂ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਵੀ ਨਜ਼ਰ ਆ ਰਹੀਆਂ। ਸਿੱਧਾ ਰੁਕ ਕਰਦੇ ਹਾਂ ਸਾਡੇ ਨਾਲ ਸਾਡੇ ਸਹਿਯੋਗੀ ਚੰਡੀਗੜ੍ਹ ਤੋਂ ਮਨੋਜ ਰਾਠੀ ਜੁੜ ਰਹੇ ਨੇ। ਮਨੋਜ, ਪਹਿਲਾ ਸਵਾਲ, ਅੱਜ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲੀਆਂ ਨੇ ਜਾਂ ਨਹੀਂ? ਕਿ ਜੇਕਰ ਕੋਈ ਸ਼ਖਸ ਬਾਹਰੋਂ ਆ ਰਿਹਾ ਹੈ ਜਾਂ ਚੰਡੀਗੜ੍ਹ ਤੋਂ ਕੋਈ ਚੰਡੀਗੜ੍ਹ ਦੇ ਵਿੱਚ ਹੀ ਸ਼ਾਪਿੰਗ ਕਰਨ ਦੇ ਲਈ ਨਿਕਲ ਰਿਹਾ ਹੈ ਤਾਂ ਕੀ ਅੱਜ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲੀਆਂ ਨੇ ਜਾਂ ਨਹੀਂ? देखो गौरव, ਜਿਹੜੇ ਕੱਲ ਮੀਟਿੰਗ ਹੋਈ ਹੈ, ਜਿਹੜਾ ਆਰਡਰਸ ਆਏ ਨੇ, ਕਿਉਂਕਿ ਪਹਿਲਾਂ ਵੀ ਜਿਹੜੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਬੀਪੀ ਬਦਨੌਰ ਉਹ ਸਾਫ਼ ਕਹਿ ਚੁੱਕੇ ਨੇ, ਕਿਉਂਕਿ ਟਰਾਈ ਸਿਟੀ ਹੈ ਤੇ ਪੰਚਕੂਲਾ ਦੀ ਅਸੀਂ ਗੱਲ ਕਰੀਏ ਜਾਂ ਮੋਹਾਲੀ ਦੀ ਗੱਲ ਕਰੀਏ, ਅਸੀਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਇੰਟਰਸਟੇਟ ਮੂਵਮੈਂਟ ਜਿਹੜੀ ਹੈ ਉਹ ਲਗਾਤਾਰ ਚੱਲਦੀ ਹੈ। ਤਾਂ ਇਸ ਕਰਕੇ ਜਿਹੜਾ ਵੀ ਹਾਲਾਂਕਿ ਹਰਿਆਣਾ 'ਚ ਵੀ ਲੋਕਡਾਊਨ ਜਿਹੜਾ ਉਹ ਲਾਇਆ ਸੀਗਾ, ਮੋਹਾਲੀ ਪੰਜਾਬ 'ਚ ਵੀ ਜਿਹੜਾ ਹੈ ਉਹ ਵੀ ਮਿੰਨੀ ਲੋਕਡਾਊਨ ਲਾਇਆ, ਤੇ ਕੱਲ ਜਿਹੜਾ ਅਹਿਮ ਫੈਸਲਾ ਹੋਇਆ ਹੈ ਉਹਦੇ ਵਿੱਚ ਪੰਜਾਬ ਦੀ ਤਰਜ਼ ਤੇ ਜਿਹੜੀ ਕੁਝ ਪਾਬੰਦੀਆਂ ਹੈ ਉਹ ਲਾਈ ਗਈਆਂ। ਤੁਸੀਂ ਜਿੱਦਾਂ ਕਿਹਾ ਕਿ ਅੱਜ ਜਿਹੜੀ ਮਾਰਕੀਟ ਹੈ ਉਹ ਓਪਨ ਹੋਈ ਹੈ ਨਹੀਂ ਹੋਈ ਹੈ, ਕਿਉਂਕਿ ਅੱਜ ਜਿਹੜੇ ਆਰਡਰਸ ਨੇ ਅੱਜ ਸ਼ਾਮ ਨੂੰ 5 ਵਜੇ ਤੋਂ ਜਿਹੜੇ ਹੈ ਉਹ ਲਾਗੂ ਹੋਣਗੇ। ਅਸੀਂ ਖੜੇ ਹਾਂ ਸੈਕਟਰ B ਦੀ ਮਾਰਕੀਟ 'ਚ, ਜਿੱਥੇ ਹਾਲਾਂਕਿ ਪੂਰਾ ਜਿਹੜੀ ਇਲੈਕਟ੍ਰੋਨਿਕ ਮਾਰਕੀਟ ਹੈ, ਹਾਲਾਂਕਿ ਹਜੇ ਮਾਰਕੀਟ ਜਿਹੜੀ ਹੈ ਪੂਰੀ ਤਰ੍ਹਾਂ ਓਪਨ ਨਹੀਂ ਹੋਈ ਹੈ, ਲੇਕਿਨ ਦੁਕਾਨਦਾਰਾਂ ਨਾਲ ਸਾਡੀ ਗੱਲਬਾਤ ਹੋਈ ਹੈ ਫੋਨ ਤੇ ਉਹਨਾਂ ਨੇ ਕਿਹਾ ਕਿ ਅੱਜ ਸ਼ਾਮ ਨੂੰ 5 ਵਜੇ ਤੋਂ ਲੈ ਕੇ ਹਾਲਾਂਕਿ ਕਾਫੀ ਰੋਸ਼ ਜਿਹੜਾ ਹੈ ਉਹ ਵੀ ਵੇਖਣ ਨੂੰ ਮਿਲ ਰਿਹਾ, ਕਿਉਂਕਿ ਹੁਣ ਲੋਕਡਾਊਨ ਤਾਂ ਮਿਨੀ ਲੋਕਡਾਊਨ ਤਾਂ ਲਾਇਆ, ਕਾਫੀ ਪਾਬੰਦੀਆਂ ਵੀ ਜਿਹੜੀ ਕੀਤੀ ਹੈ ਕਿਉਂਕਿ ਕਰੋਨਾ ਦਾ ਜਿਹੜਾ ਗ੍ਰਾਫ ਹੈ ਵੱਧ ਰਿਹਾ, ਲੇਕਿਨ ਜਿਹੜੇ ਦੁਕਾਨਦਾਰ ਨੇ, ਹੋਰ ਜਿਹੜੇ ਸ਼ਾਪਕੀਪਰ ਨੇ ਛੋਟੇ ਜਿਹੜੇ, ਉਹਨਾਂ 'ਚ ਰੋਸ਼ ਜਿਹੜਾ ਹੈ ਉਹ ਕਾਫੀ ਵੇਖਣ ਨੂੰ ਮਿਲ ਰਿਹਾ, ਕਿਉਂਕਿ ਇਹਦੇ ਵਿੱਚ ਜਿਹੜੀ ਪਾਬੰਦੀਆਂ ਲਾਈ ਗਈਆਂ, ਜਿੱਦਾਂ ਤੁਸੀਂ ਵੀ ਦੱਸਿਆ ਗੌਰਵ, ਕਿ ਕਈ ਚੀਜ਼ਾਂ ਨੂੰ, ਹਾਲਾਂਕਿ ਨਾਨ ਐਸੈਂਸ਼ੀਅਲ ਜਿਹੜੀ ਇਹ ਚੀਜ਼ਾਂ ਹੈ ਉਹਨਾਂ ਨੂੰ ਸਾਫ਼ ਤੌਰ ਤੇ ਪਾਬੰਦੀ ਲਾਈ ਗਈ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਸ਼ਾਪ ਹੈ, ਸਿਰਫ ਐਸੈਂਸ਼ੀਅਲ ਕਮੋਡਿਟੀਜ਼ ਤੇ ਮੈਡੀਕਲ ਸ਼ਾਪ ਜਿਹੜੀ ਹੈ ਉਹ ਓਪਨ ਹੋਣਗੀਆਂ। ਇਹਦੇ ਨਾਲ ਨਾਲ ਹੋਰ ਕਿਸੇ ਵੀ ਸ਼ਾਪ ਨੂੰ ਓਪਨ ਹੋਣ ਦੀ ਪਰਮਿਸ਼ਨ ਨਹੀਂ ਦਿੱਤੀ ਹੈ। ਦੂਜੀ ਗੱਲ ਆਪਾਂ ਕਰੀਏ ਇੰਟਰਸਟੇਟ ਮੂਵਮੈਂਟ ਦੀ, ਤੁਸੀਂ ਗੱਲ ਕਰ ਰਹੇ ਹੋ ਕਿ ਕੋਈ ਬਾਹਰੋਂ ਜਿਹੜਾ ਆਉਣਾ ਚਾਹੁੰਦਾ, ਇੰਟਰਸਟੇਟ ਮੂਵਮੈਂਟ ਤੇ ਹਜੇ ਹਾਲਾਂਕਿ ਫਿਲਹਾਲ ਕੋਈ ਪਾਬੰਦੀ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਹੈ। ਸਿਰਫ ਤੁਹਾਨੂੰ ਚੰਡੀਗੜ੍ਹ ਦੇ ਬਾਰਡਰ ਤੇ ਨੈਗੇਟਿਵ ਰਿਪੋਰਟ ਜਿਹੜੀ ਹੈ ਉਹ ਜ਼ਰੂਰ ਸ਼ੋ ਜਿਹੜੀ ਹੈ ਉਹ ਕਰਾਣੀ ਪਏਗੀ। ਜਿੱਦਾਂ ਪੰਜਾਬ ਜੀ ਵੀ ਅਸੀਂ ਗੱਲ ਕਰ ਰਹੇ ਕਿ RT-PCR ਦੀ ਵੀ ਗੱਲ ਕੀਤੀ ਗਈ ਸੀ ਪੰਜਾਬ ਵਿੱਚ, ਚੰਡੀਗੜ੍ਹ ਦੀ ਅਸੀਂ ਗੱਲ ਕਰ ਰਹੇ। ਚੰਡੀਗੜ੍ਹ ਵਿੱਚ ਇੰਟਰਸਟੇਟ ਮੂਵਮੈਂਟ ਤੇ ਤੁਸੀਂ ਚੰਡੀਗੜ੍ਹ ਬਾਰਡਰ ਤੇ ਤੁਸੀਂ ਜਾਓਗੇ ਤਾਂ ਤੁਹਾਨੂੰ ਨੈਗੇਟਿਵ ਰਿਪੋਰਟ ਜਿਹੜੀ ਹੈ ਉਹ ਸ਼ੋ ਕਰਾਣੀ ਹੋਵੇਗੀ। ਅੱਜ ਸ਼ਾਮ ਨੂੰ 5 ਵਜੇ ਤੋਂ ਇਹ ਸਾਰੀ ਚੀਜ਼ਾਂ ਜਿਹੜੀ ਹੈ ਉਹ ਲਾਗੂ ਹੋਣਗੀਆਂ। ਦੂਜੀ ਗੱਲ ਆਪਾਂ ਗੱਲ ਕਰੀਏ ਸਿਨੇਮਾ ਹਾਲ, ਜਿਮ, ਸਪਾ, ਇਹ ਆਲਰੇਡੀ ਪਹਿਲਾਂ ਹੀ ਬੰਦ ਸੀਗੇ, ਇਹਨਾਂ ਤੇ ਹੋਰ ਪਾਬੰਦੀ ਜਿਹੜੀ ਹੈ ਉਹ ਲਾਈ ਗਈ ਹੈ, ਆਲਰੇਡੀ ਜਿਹੜੇ ਹੈ ਉਹ ਕਲੋਜ਼ ਰਹਿਣਗੇ। ਅੱਗੇ ਜੇ ਆਪਾਂ ਗੱਲ ਕਰੀਏ ਹੁਣ ਇੰਟਰਸਟੇਟ, ਹਾਲਾਂਕਿ ਇੰਟਰਸਟੇਟ ਮੂਵਮੈਂਟ ਹੈ ਉਹਨੂੰ ਹਜੇ ਕਿਸੇ ਵੀ ਤਰ੍ਹਾਂ ਦੀ ਕੋਈ ਪਾਬੰਦੀ ਜਿਹੜੀ ਹੈ ਉਹ ਨਹੀਂ ਲਾਈ ਗਈ ਹੈ। ਸਰਕਾਰੀ ਦਫ਼ਤਰਾਂ 'ਚ 50%, ਪ੍ਰਾਈਵੇਟ ਜਿਹੜੇ ਆਫਿਸਿਸ ਨੇ ਉਹ ਵਰਕ ਫਰਮ ਹੋਮ ਹੋਣਗੇ। ਇਹ ਵੀ ਸਾਫ਼ ਤੌਰ ਤੇ ਕਿਹਾ ਗਿਆ ਕਿ ਕੋਈ ਵੀ ਅਜਰ ਵਾਇਓਲੇਸ਼ਨ ਕਰਦਾ ਉਹਦੇ ਖਿਲਾਫ ਡਿਜ਼ਾਸਟਰ ਮੈਨੇਜਮੈਂਟ ਐਕਟ ਜਿਹੜੇ ਹੈ ਉਹਦੇ ਖਿਲਾਫ ਮਾਮਲਾ ਜਿਹੜਾ ਹੈ ਉਹ ਦਰਜ ਹੋਏਗਾ। ਦੂਜੀ ਗੱਲ, ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਜਿਹੜੇ ਹੋਟਲਸ ਨੇ, ਰੈਸਟੋਰੈਂਟ ਨੇ, ਉਹਨਾਂ ਨੂੰ ਪਰਮਿਸ਼ਨ ਜ਼ਰੂਰ ਦਿੱਤੀ ਗਈ ਹੈ, ਲੇਕਿਨ ਟੇਕ ਅਵੇ ਦੀ, ਯਾਨੀ ਕਿ ਗੌਰਵ ਟੇਕ ਅਵੇ ਦੀ ਜਿਹੜੀ ਪਰਮਿਸ਼ਨ ਹੈ ਉਹ ਦਿੱਤੀ ਗਈ ਹੈ। ਸਿਟਿੰਗ ਦੀ ਪਰਮਿਸ਼ਨ ਜਿਹੜੀ ਹੈ ਉਹ ਬਿਲਕੁਲ ਨਹੀਂ ਦਿੱਤੀ ਗਈ ਹੈ। ਜਿਹੜੀ ਹੋਮ ਡਿਲੀਵਰੀ ਹੈ ਉਹ 9 ਵਜੇ ਤੱਕ ਜਿਹੜੀ ਹੈ ਉਹ ਪਰਮਿਸ਼ਨ ਦਿੱਤੀ ਗਈ ਹੈ। ਕਾਰਨ ਇਹੀ ਹੈ, ਕਰੋਨਾ ਦੇ ਜਿਹੜਾ ਗ੍ਰਾਫ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ। ਜੇ ਆਪਾਂ ਗੱਲ ਕਰੀਏ ਹੁਣ ਜਿਹੜੀ ਮੌਤਾਂ ਹੋ ਰਹੀ ਹੈ ਉਹਦਾ ਦਾ ਗ੍ਰਾਫ ਜਿਹੜਾ ਹੈ ਉਹ ਵੀ ਲਗਾਤਾਰ ਵੱਧ ਰਿਹਾ, ਜਿਸ ਕਰਕੇ ਵੱਡੇ ਫੈਸਲੇ ਜਿਹੜੇ ਹੈ ਉਹ ਲਏ ਗਏ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 11 ਮਈ ਤੱਕ ਇਹ ਸਾਰੀਆਂ ਪਾਬੰਦੀਆਂ ਜਿਹੜੀਆਂ ਕਹਿ ਸਕਦੇ ਹਾਂ ਕਿ ਅਸੀਂ ਮਿੰਨੀ ਲੋਕਡਾਊਨ ਜਿਹੜਾ ਹੈ ਉਹ ਲਾਇਆ ਗਿਆ ਚੰਡੀਗੜ੍ਹ 'ਚ। ਹਾਲਾਂਕਿ ਕੱਲ ਜਿਹੜੀ ਮੀਟਿੰਗ ਹੋਈ ਹੈ ਉਹਦੇ ਵੀ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜੀ ਵੀ ਸ਼ਾਪਸ ਨੇ, ਜਿਹੜੀ ਵੀ ਨਾਨ ਐਸੈਂਸ਼ੀਅਲ ਕਮੋਡਿਟੀ ਜਿਹੜੀ ਦੁਕਾਨਾਂ ਹੈ, ਜੇ ਅਗਰ ਉਹ ਵਾਇਓਲੇਸ਼ਨ ਕਰਦੇ ਉਹਨਾਂ ਖਿਲਾਫ ਸਖਤੀ ਕਰੋ, ਉਹਦੇ ਖਿਲਾਫ ਮਾਮਲਾ ਦਰਜ ਕਰੋ। ਔਰ ਦੂਜੀ ਗੱਲ, ਜਿਹੜੀ ਇੰਟਰਸਟੇਟ ਮੂਵਮੈਂਟ ਹੈ, ਜਿਹੜੇ ਵੀ ਬਾਰਡਰਸ ਏਰੀਆ ਨੇ, ਉੱਥੇ ਨੈਗੇਟਿਵ ਰਿਪੋਰਟ ਜਿਹੜੀ ਹੈ
ਉਹ ਤੁਸੀਂ ਜ਼ਰੂਰ ਚੈੱਕ ਕਰਨੀ ਹੈ, ਕਿਉਂਕਿ ਇੱਕ ਬਹੁਤ ਅਹਿਮ ਹੋ ਜਾਂਦਾ ਹੈ ਗੌਰਵ। ਪੰਚਕੂਲਾ ਦੀ ਅਸੀਂ ਗੱਲ ਕਰੀਏ, ਹਰਿਆਣਾ ਦੇ ਬਾਰਡਰ, ਮੋਹਾਲੀ ਦਾ ਬਾਰਡਰ ਜਿਹੜਾ ਇੰਟਰਸਟੇਟ ਮੂਵਮੈਂਟ ਹੈ, ਕਿਉਂਕਿ ਲਗਾਤਾਰ ਆਵਾਜਾਈ ਜਿਹੜੀ ਹੈ, ਸਰਕਾਰੀ ਦਫ਼ਤਰ ਜਿਹੜੇ EMPLOYEES ਨੇ ਉਹ ਵੀ ਆਉਣ ਜਾਣ ਜਿਹੜਾ ਹੈਗਾ ਉਹ ਚੱਲਦਾ ਹੈ। ਇਸ ਕਰਕੇ ਬਹੁਤ ਅਹਿਮ ਹੋ ਜਾਂਦਾ ਹੈ ਕਿ ਇਹ ਸਾਰੀ ਜਿਹੜੀ ਪਾਬੰਦੀਆਂ ਹੈ ਇਹ ਬੜਾ ਤਰੀਕੇ ਨਾਲ ਜਿਹੜਾ ਹੈ ਕੰਮ ਕੀਤਾ ਜਾਵੇ। ਹਾਲਾਂਕਿ ਪੁਲਿਸ ਨੂੰ ਵੀ ਬਰੀਫ ਕੀਤਾ ਹੋਇਆ ਹੈ ਕਿ ਜਿਹੜੀ ਵੀ ਨੈਗੇਟਿਵ ਰਿਪੋਰਟਸ ਹੈ ਉਹ ਤੁਸੀਂ ਚੈੱਕ ਕਰਨੀ ਹੈ। ਮੋਹਾਲੀ ਦੀ ਅਸੀਂ ਗੱਲ ਕਰ ਰਹੇ ਹਾਂ, ਮੋਹਾਲੀ ਵਿੱਚ RT-PCR ਜਿਹੜੇ ਰਿਕਸ਼ਾ ਵਾਲੇ ਨੇ, ਜਿਹੜੇ ਆਟੋ ਵਾਲੇ ਨੇ, ਉਹਨਾਂ ਦਾ RT-PCR ਜਿਹੜਾ ਟੈਸਟ ਹੈ ਉਹ ਵੀ ਕੀਤਾ ਜਾਊਗਾ। ਤਾਂ ਹੁਣ ਅਸੀਂ ਕਹਿ ਸਕਦੇ ਹਾਂ ਕਿ ਇਹ ਸਾਰੀ ਪਾਬੰਦੀਆਂ ਇਸ ਕਰਕੇ ਹੈ ਕਿ ਜਿਹੜਾ ਗ੍ਰਾਫ ਹੈ, ਜਿਹੜੀ ਕਰੋਨਾ ਦੀ ਜਿਹੜੀ ਚੇਨ ਹੈ ਉਹਨੂੰ ਆਪਾਂ ਕਿਸ ਤਰ੍ਹਾਂ ਬ੍ਰੇਕ ਕਰਨਾ, ਇੱਕ ਬਹੁਤ ਵੱਡਾ ਚੈਲੰਜ ਜਿਹੜਾ ਹੈ ਇਸ ਟਾਈਮ ਜਿਹੜਾ ਹੈ ਪ੍ਰਸ਼ਾਸਨ ਨੂੰ ਵੀ ਹੈ, ਲੇਕਿਨ ਬਾਰ-ਬਾਰ ਲੋਕਾਂ ਦਾ ਜਿਹੜਾ ਸਹਿਯੋਗ ਹੈ ਉਹ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ, ਅਦਰਵਾਈਜ਼ ਚਾਹੇ ਤੁਸੀਂ ਨਾਕੇ ਲਾ ਲਓ, ਚਾਹੇ ਤੁਸੀਂ ਮਿਨੀ ਲਾਕਡਾਊਨ ਲਾ ਲਓ, ਚਾਹੇ ਤੁਸੀਂ ਕੁਝ ਵੀ ਕਰ ਲਓ, ਲਾਜ਼ਮੀ ਤੌਰ ਤੇ ਬਹੁਤ ਸਾਰੇ ਫੈਕਟਰਸ ਹੈਗੇ ਨੇ। ਮਨੋਜ, ਜੇਕਰ ਆਪਾਂ ਚੰਡੀਗੜ੍ਹ ਦਾ ਜ਼ਿਕਰ ਕਰਦੇ ਹਾਂ, ਚੰਡੀਗੜ੍ਹ ਦੇ ਵਿੱਚ ਮੋਹਾਲੀ, ਪੰਚਕੂਲਾ ਨੂੰ ਵੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਧਿਆਨ 'ਚ ਰੱਖਣਾ ਹੋਏਗਾ। ਦੂਜੇ ਪਾਸੇ ਜਿਹੜੀ ਆਵਾਜਾਈ ਹੁੰਦੀ ਹੈ, ਰਾਜਧਾਨੀ ਹੈ, ਬਹੁਤ ਸਾਰੇ ਲੋਕਾਂ ਨੂੰ ਇੱਥੇ ਆਉਣਾ ਪੈਂਦਾ ਹੈ, ਉਹਨਾਂ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਹੋਏਗਾ। ਖੈਰ, ਫਿਲਹਾਲ ਦੇ ਲਈ ਸ਼ੁਕਰੀਆ, ਧੰਨਵਾਦ। ਤਾਂ ਚੰਡੀਗੜ੍ਹ ਦੇ ਵਿੱਚ ਵੀ ਸਖਤੀ ਵਧਾਈ ਗਈ ਹੈ। ਇੱਕ ਗੱਲ ਤਾਂ ਬਹੁਤ ਕਲੀਅਰ ਇਸ ਸਮੇਂ ਨਜ਼ਰ ਆ ਰਹੀ ਹੈ, ਚਾਹੇ ਤੁਸੀਂ ਕਿਸੇ ਵੀ ਸਟੇਟ ਦੇ ਵਿੱਚ ਦੇਖੋ ਜਾਂ ਫਿਰ ਕਿਸੇ ਵੀ ਸ਼ਹਿਰ ਦੇ ਵਿੱਚ ਦੇਖੋ, ਕਿ ਪ੍ਰਸ਼ਾਸਨ ਸਖਤੀ ਵਧਾ ਰਿਹਾ ਹੈ। ਇੱਕ ਤਰੀਕੇ ਨਾਲ ਮਜਬੂਰੀ ਤੁਸੀਂ ਕਹਿ ਸਕਦੇ ਹੋ ਕਿ ਜਿਸ ਤਰੀਕੇ ਨਾਲ ਕੇਸਿਸ ਵੱਧ ਰਹੇ ਨੇ, ਤਾਂ ਉਸ ਤੋਂ ਬਾਅਦ ਹਿੱਲਾ ਕੀ ਬਚਦਾ ਹੈ। ਖੈਰ, ਉਮੀਦ ਕਰਾਂਗੇ ਕਿ ਸਖਤੀਆਂ ਜਿੰਨੀਆਂ ਵਧਾਈਆਂ ਗਈਆਂ ਨੇ ਕਾਫੀ ਹੋਣ, ਇਸ ਦੇ ਨਾਲ ਹੀ ਅਸੀਂ ਕੋਰੋਨਾ ਤੋਂ ਪਾਰ ਪਾ ਲਈਏ। ਪਰ ਸਾਥ ਸਭ ਦਾ ਜ਼ਰੂਰੀ, ਜੋ ਮਨੋਜ ਵੀ ਜ਼ਿਕਰ ਕਰ ਰਹੇ ਸੀ।